सतनाम। श्री वाहेगुरु साहिब जीओ। परम सन्मानियो गुरुरू गुरु खालसा साध संगत जी, वाहेगुरु जी का खालसा वाहेगुरु जी की फतेह। सच्चे पातशाह धन श्री गुरु नानक देव जी दे ਵੱਡੇ ਸਪੁੱਤਰ ਹੋਣ ਕਾਰਨ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸ਼ਕਤੀਆਂ ਦੇ ਭੰਡਾਰ ਸਨ। ਬਲਕਿ ਗੂੰਗੇ ਬੋਲੇ ਨੂੰ ਸੁਣਨ ਤੇ ਬੋਲਣ ਦਾ ਵਰ ਦੇਣਾ, ਮੁਰਦਿਆਂ ਨੂੰ ਜ਼ਿੰਦਾ ਕਰਨਾ, ਰਾਜਿਆਂ ਰਾਣਿਆਂ ਦੇ ਹੰਕਾਰ ਤੋੜਨੇ, ਵਚਿੱਤਰ ਕੌਤਕ ਦੱਸਣੇ, ਬੇਔਲਾਦ ਨੂੰ ਔਲਾਦ ਦੀ ਬਖਸ਼ਿਸ਼ ਕਰਨੀ, ਆਸ ਕਰਕੇ ਆਏ ਹਰ ਵਿਅਕਤੀ ਦੀ ਆਸ ਪੂਰੀ ਕਰਨੀ ਆਦਿ ਬੇਅੰਤ ਕਰਾਮਾਤਾਂ ਦੇ ਮਾਲਕ ਹਨ। ਸਿੱਖਾਂ ਵਾਸਤੇ ਬਾਬਾ ਸ਼੍ਰੀ ਚੰਦ ਜੀ ਸਤਿਕਾਰਯੋਗ ਹਨ। ਬਾਬਾ ਸ਼੍ਰੀ ਚੰਦ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਹੋਣ ਕਰਕੇ ਬੜੇ ਸਤਿਕਾਰਯੋਗ ਹਨ। ਗੁਰੂ ਨਾਨਕ ਦੇਵ ਜੀ ਨੇ ਸਿੱਖ ਪੰਥ ਦੀ ਸਿਰਜਣਾ ਕੀਤੀ ਅਤੇ ਬਾਬਾ ਸ਼੍ਰੀ ਚੰਦ ਜੀ ਨੂੰ ਸਿੱਖ ਪੰਥ ਦੇ ਪ੍ਰਚਾਰ ਕਰਨ ਲਈ ਉਦਾਸੀਆਂ ਦਾ ਗੁਰੂ ਥਾਪਿਆ ਤੇ ਸਿੱਖ ਪੰਥ ਨੂੰ ਪ੍ਰਫੁੱਲਿਤ ਕਰਨ ਲਈ ਬਾਬਾ ਸ਼੍ਰੀ ਚੰਦ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਸਾਧ ਸੰਗਤ ਜੀ, ਇੱਕ ਵਾਰ ਬਾਬਾ ਸ਼੍ਰੀ ਚੰਦ ਜੀ ਠੱਟੇ ਨਗਰ ਵਿੱਚ ਬੈਠੇ ਸਨ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਧੂਣੀਆਂ ਤਾਈ ਬੈਠੇ ਸਨ। ਸੁਰਤੀ ਨਿਰੰਕਾਰ ਦੇ ਚਰਨਾਂ ਵਿੱਚ ਜੁੜੀ ਹੋਈ ਸੀ। ਸੁੱਚੇ ਲਾਲ ਵਾਂਗੂ ਨੂਰੀ ਚਿਹਰਾ ਦਗਦਗ ਕਰ ਰਿਹਾ ਸੀ। ਸ਼ਕਤੀਆਂ ਦੇ ਭੰਡਾਰ ਬਾਲਯਤੀ ਯੋਗੀ ਰਾਜ ਨੇਤਰ ਬੰਦ ਕਰਕੇ ਉਸ ਦਿਲਦਾਰ ਦੇ ਜਲਵੇ ਵਿੱਚ ਮਗਨ ਸਨ। ਇੰਨੇ ਨੂੰ ਇੱਕ ਬਿਹਾਰ ਦਾ ਸੰਨਿਆਸੀ ਆਪਣੇ ਨਾਲ 360 ਚੇਲੇ ਲੈ ਕੇ ਦੇਵੀ ਹਿੰਗਲਾ ਜੀ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ। ਅਚਾਨਕ ਉਸ ਦੀ ਨਿਗਾਹ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤੇ ਪਈ। ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਰੱਬ ਧਰਤੀ ਤੇ ਆਸਣ ਲਾ ਕੇ ਧੂਣੀਆਂ ਤਾਈ ਬੈਠਾ ਹੈ। ਵੇਖ ਕੇ ਨੂਰੀ ਮੁਖੜੇ ਦੀ ਤਾਬ ਨਾ ਚੱਲ ਸਕਿਆ। ਪੈਰਾਂ ਨੂੰ ਬ੍ਰੇਕਾਂ ਲੱਗ ਗਈਆਂ। ਬਾਬਾ ਜੀ ਦੀ ਮਨਮੋਹਣੀ ਸੂਰਤ ਨੇ ਉਸ ਦੇ ਮਨ ਨੂੰ ਮੋਹ ਲਿਆ। ਦਿਲ ਮਹਾਰਾਜ ਦੇ ਚਰਨਾਂ ਵੱਲ ਨੱਸ ਉੱਠਾ। ਸਰੀਰ ਦਾ ਖਾਲੀ ਖੋਲ ਇੱਕਦਮ ਖੜਾ ਹੋ ਕੇ ਸੋਚ ਰਿਹਾ ਸੀ ਕਿ ਐਸੇ ਮਹਾਨ ਤਪਸਵੀ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਪ੍ਰੇਮ ਦੀ ਤਾਰ ਵਿੱਚ ਖਿੱਚੇ ਹੋਏ ਉਸ ਬਿਹਾਰੀ ਸੰਨਿਆਸੀ ਨੂੰ ਬਾਬਾ ਜੀ ਦੇ ਚਿਹਰੇ ਤੋਂ ਆਪਣੇ ਇਸ਼ਟ ਭਗਵਾਨ ਦੇ ਦਰਸ਼ਨ ਹੋਏ ਤੇ ਮਹਾਰਾਜ ਵੱਲ ਆਪਣੇ ਚੇਲਿਆਂ ਸਮੇਤ ਆ ਕੇ ਦਰਸ਼ਨਾਂ ਨੂੰ ਹਾਜ਼ਰ ਹੋ ਗਿਆ। ਚਰਨਾਂ ਤੇ ਡਿੱਗ ਕੇ ਨਮਸਕਾਰ ਕਰਕੇ ਬੈਠ ਗਿਆ ਤੇ ਮਹਾਰਾਜ ਦਾ ਅੰਤਰਾ ਲੈਣ ਲਈ ਦਿਲ ਵਿੱਚ ਸੋਚਣ ਲੱਗਾ ਕਿ ਵੇਖੀਏ ਕਿੰਨੇ ਕੁ ਪਹੁੰਚੇ ਹੋਏ ਸਾਧੂ ਹਨ। ਅਜਿਹੀ ਵਿਚਾਰ ਮਨ ਵਿੱਚ ਆਈ ਹੀ ਸੀ ਕਿ ਮਹਾਰਾਜ ਜੀ ਦੀ ਸਮਾਧੀ ਖੁੱਲ੍ਹ ਗਈ। ਨਾਮ ਖੁਮਾਰੀ ਨਾਲ ਭਰੇ ਹੋਏ ਨੈਣਾਂ ਦੇ ਨਾਲ ਆਏ ਹੋਏ ਸੰਨਿਆਸੀ ਭਗਤ ਵੱਲ ਤੱਕਿਆ। ਬਸ ਫੇਰ ਕੀ ਸੀ, ਨੂਰੀ ਨੈਣਾਂ ਦੇ ਵਾਰ ਸੰਨਿਆਸੀ ਭਗਤ ਤੋਂ ਨਾ ਚੱਲੇ ਗਏ। ਸਿਰ ਝੁਕਾ ਕੇ ਸੁਰਤੀ ਮਹਾਰਾਜ ਦੇ ਚਰਨਾਂ ਵਿੱਚ ਜੋੜ ਦਿੱਤੀ ਤੇ ਮੂੰਹੋਂ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਮਹਾਰਾਜ ਜੀ ਇਸ ਗਿਰੀ ਭਗਤ ਤੇ ਕਿਰਪਾ ਕਰੋ। ਪਰ ਘਟ ਦੀਆਂ ਜਾਣਨਹਾਰ ਬਾਬਾ ਜੀ ਉਸ ਦੇ ਦਿਲ ਦੀਆਂ ਜਾਣ ਗਏ। ਗਿਰੀ ਭਗਤ ਨੂੰ ਕਹਿਣ ਲੱਗੇ, ਗਿਰੀ ਭਗਤ ਜੀ, ਆਹ ਵੱਡੀ ਸਾਰੀ ਭੀੜ ਲੈ ਕੇ ਕਿੱਧਰ ਤਿਆਰੀ ਕੀਤੀ ਜੇ? ਅੱਗੋਂ ਭਗਤ ਜੀ ਬੋਲੇ, ਸਵਾਮੀ ਜੀ, ਦੇਵੀ ਮਾਤਾ ਹਿੰਗਲਾ ਜੀ ਦੇ ਦਰਸ਼ਨਾਂ ਨੂੰ ਜਾ ਰਿਹਾ ਹਾਂ। ਬਾਬਾ ਸ਼੍ਰੀ ਚੰਦ ਜੀ ਮੁਸਕਰਾਏ ਤੇ ਕਹਿਣ ਲੱਗੇ, ਸਾਰੇ ਸਾਧੂ ਆਪ ਦੇ ਨਾਲ ਹੀ ਹਨ? ਸੰਨਿਆਸੀ ਨੇ ਕਿਹਾ, ਜੀ ਹਾਂ, ਇਹ ਮੇਰੇ ਚੇਲੇ ਹਨ। ਸਾਰੇ ਦੇ ਸਾਰੇ ਹਿੰਗਲਾ ਜੀ ਦੇ ਦਰਸ਼ਨਾਂ ਨੂੰ ਮੇਰੇ ਨਾਲ ਚੱਲੇ ਹਨ। ਗਿਰੀ ਸੰਨਿਆਸੀ ਨੇ ਨਿਮਰਤਾ ਨਾਲ ਕਿਹਾ, ਪਰ ਅੰਦਰੋਂ ਸੰਨਿਆਸੀ ਮਹਾਰਾਜ ਜੀ ਦੀ ਪ੍ਰੀਖਿਆ ਲੈਣੀ ਚਾਹੁੰਦਾ ਸੀ। ਬਾਬਾ ਸ਼੍ਰੀ ਚੰਦ ਜੀ ਜਾਣੀ ਜਾਣ ਜੀ ਨੇ ਸੰਨਿਆਸੀ ਦੇ ਦਿਲ ਦੀ ਗੱਲ ਜਾਣ ਲਈ ਤੇ ਕਹਿਣ ਲੱਗੇ, ਹੁਣ ਤੁਸੀਂ ਆਪਣੇ ਚੇਲਿਆਂ ਸਮੇਤ ਪੰਗਤਾਂ ਲਾ ਦਿਓ ਤੇ ਪਹਿਲਾਂ ਭੋਜਨ ਛਕ ਲਓ, ਫੇਰ ਜਾਣਾ। ਸੰਨਿਆਸੀ ਬੜਾ ਹੈਰਾਨ ਹੋਇਆ ਕਿ ਬਾਬਾ ਜੀ ਇੱਥੇ ਕਿਸ ਤਰ੍ਹਾਂ 360 ਸਾਧੂਆਂ ਨੂੰ ਭੋਜਨ ਖਵਾ ਦੇਣਗੇ, ਜਦ ਕਿ ਕੋਈ ਲੰਗਰ ਦਾ ਪ੍ਰਬੰਧ ਨਹੀਂ, ਕੋਈ ਲੋਹ ਤਪਦੀ ਨਹੀਂ, ਕੋਈ ਦੇਗ ਨਹੀਂ, ਸਬਜ਼ੀਆਂ ਵਗੈਰਾ ਕਿਵੇਂ ਬਣਨਗੀਆਂ, ਕੋਈ ਬਣਾਉਣ ਵਾਲਾ ਨਹੀਂ। ਭਲਾ ਇੰਨੇ ਸਾਧੂਆਂ ਦਾ ਭੋਜਨ ਤਿਆਰ ਕਰਨਾ ਕੋਈ ਸੌਖਾ ਹੈ? ਪਰ ਛੇਤੀ ਹੀ ਉਸ ਦਾ ਸ਼ੰਕਾ ਨਿਵਰਤ ਹੋ ਗਿਆ। ਜਦੋਂ ਪੰਗਤਾਂ ਲਾਈਆਂ ਗਈਆਂ
ਤਾਂ ਬਾਬਾ ਜੀ ਦੀ ਅਜਬ ਲੀਲਾ ਦੇਖੀ। ਬਾਬਾ ਜੀ ਨੇ ਭਾਈ ਕਮਲਿਆ ਜੀ ਤੋਂ ਇੱਕ ਪਤੀਲੇ ਤੇ ਲਾਲ ਕੱਪੜਾ ਪਵਾ ਦਿੱਤਾ ਤੇ ਹਰ ਸਾਧੂ ਦੀ ਪੱਤਲ ਤੇ ਉਹਦੀ ਮਰਜ਼ੀ ਮੁਤਾਬਕ ਮੂੰਹੋਂ ਮੰਗਿਆ ਭੋਜਨ ਪਤੀਲੇ 'ਚੋਂ ਸੇਵਕ ਕਮਲਿਆ ਜੀ ਪਾਉਂਦੇ ਗਏ ਤੇ ਸਾਧੂ ਬੜੇ ਪ੍ਰੇਮ ਨਾਲ ਛਕਦੇ ਗਏ। ਜਦ ਭੋਜਨ ਪਾ ਕੇ ਵਿਹਲੇ ਹੋਏ ਤਾਂ ਗਿਰੀ ਸੰਨਿਆਸੀ ਨੇ ਚੇਲਿਆਂ ਸਣੇ ਬਾਬਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਛੁੱਟੀਆਂ ਲੈ ਕੇ ਮਾਤਾ ਹਿੰਗਲਾ ਜੀ ਦੇ ਦਰਸ਼ਨਾਂ ਨੂੰ ਆਪਣੇ ਰਸਤੇ ਪੈ ਗਏ। ਜਦ ਥੋੜੀ ਦੂਰ ਗਏ ਤਾਂ ਗਿਰੀ ਸੰਨਿਆਸੀ ਦੇ ਕਦਮ ਇੱਕਦਮ ਰੁਕ ਗਏ। ਕਾਰਨ ਇਹ ਸੀ ਕਿ ਸੰਨਿਆਸੀ ਜੀ ਪਾਸ ਇੱਕ ਪਾਰਸ ਦਾ ਟੁਕੜਾ ਸੀ, ਜੋ ਕਿ ਜਦ ਵੀ ਰਾਹ ਵਿੱਚ ਸਾਧੂਆਂ ਨੂੰ ਭੋਜਨ ਖਵਾਉਣਾ ਹੁੰਦਾ ਸੀ ਤਾਂ ਉਹ ਛੋਟਾ ਜਿਹਾ ਲੋਹੇ ਦਾ ਟੋਟਾ ਲੈ ਲੈਂਦੇ ਸਨ ਤੇ ਪਾਰਸ ਨਾਲ ਛੁਆ ਕੇ ਸੋਨਾ ਬਣਾ ਲੈਂਦੇ ਸਨ। ਫਿਰ ਉਹ ਸੋਨਾ ਕਿਸੇ ਨਗਰ ਵਿੱਚ ਜਾ ਕੇ ਵੇਚ ਕੇ ਰਸਦ ਲਿਆਉਂਦੇ ਸਨ। ਸੋ ਉਹਨਾਂ ਦਾ ਉਹ ਪਾਰਸ ਦਾ ਟੁਕੜਾ ਬਾਬਾ ਜੀ ਦੇ ਪਾਸ ਹੀ ਰਹਿ ਗਿਆ। ਇਸ ਲਈ ਉਹ ਬਾਬਾ ਜੀ ਦੇ ਧੁਣੇ ਤੇ ਵਾਪਸ ਆ ਗਏ। ਗਿਰੀ ਸੰਨਿਆਸੀ ਦਾ ਚਿਹਰਾ ਘਬਰਾ ਕੇ ਪੀਲਾ ਪੈ ਚੁੱਕਾ ਸੀ, ਲਬਾਂ ਖੁਸ਼ਕ ਸਨ, ਅੱਖਾਂ ਅੱਗੇ ਕਦੇ ਹਨੇਰਾ ਆਈ ਜਾਂਦਾ ਸੀ, ਲੱਤਾਂ ਲੜਖੜਾ ਰਹੀਆਂ ਸਨ। ਹੁਣੇ ਡਿੱਗਿਆ ਕਿ ਡਿੱਗਿਆ। ਜਦ ਇਸ ਤਰ੍ਹਾਂ ਹੀ ਉਹਦੇ ਸਰੀਰ ਦੀ ਦਸ਼ਾ ਬਾਬਾ ਸ਼੍ਰੀ ਚੰਦ ਜੀ ਨੇ ਵੇਖੀ ਤਾਂ ਬੜੇ ਪਿਆਰ ਗੰਭੀਰਤਾ ਨਾਲ ਚੰਨੋਂ ਸੋਹਣੇ ਮੁਖੜੇ 'ਚੋਂ ਬਚਨ ਕੀਤੇ, ਆਓ ਭਗਤ ਜੀ, ਕੀ ਗੱਲ ਹੈ? ਕੀ ਮਨ ਵਿੱਚ ਵਿਚਾਰ ਆ ਗਈ ਜੇ ਜੋ ਫਿਰ ਚੇਲਿਆਂ ਸਮੇਤ ਆ ਕੇ ਦਰਸ਼ਨ ਦਿੱਤੇ ਹਨ? ਕੀ ਖੁਆਇਸ਼ ਹੈ? ਲੁਕਾਓ ਨਾ, ਦਿਲ ਦੀਆਂ ਦੱਸੋ। ਆਓ ਬੈਠੋ ਮਹਾਂਪੁਰਖੋ, ਸੰਤਾਂ ਕੋਲੋਂ ਸੰਤ ਕੋਈ ਗੱਲ ਨਹੀਂ ਛੁਪਾਉਂਦੇ। ਬਾਬਾ ਜੀ ਦੇ ਇਹ ਬਚਨ ਸੁਣ ਕੇ ਸੰਨਿਆਸੀ ਗਿਰੀ ਇੱਕਦਮ ਚਰਨਾਂ ਤੇ ਡਿੱਗ ਪਿਆ। ਰੋ ਰੋ ਕੇ ਦਾਤਾਰ ਦੇ ਚਰਨ ਹੰਝੂਆਂ ਨਾਲ ਧੋ ਦਿੱਤੇ। ਬਾਬਾ ਜੀ ਨੇ ਚੁੱਕ ਕੇ ਉਠਾਇਆ। ਭਗਤ ਜੀ ਦੱਸੋ ਨਾ, ਕੀ ਐਡੀ ਬਿਪਤਾ ਪੈ ਗਈ ਜੇ? ਬਾਲਾ ਵਾਂਗੂ ਰੋਣਾ ਸ਼ੁਰੂ ਕਰ ਦਿੱਤਾ ਜੇ। ਕਿਹੜੀ ਚੀਜ਼ ਦਾ ਘਾਟਾ ਪੈ ਗਿਆ ਹੈ? ਮਨ ਇੰਨਾ ਵੈਰਾਗਮਈ ਕਿਉਂ ਹੋ ਗਿਆ ਹੈ? ਆਖਰ ਦੱਸੋ ਤੇ ਸਹੀ, ਅਸੀਂ ਆਪ ਦਾ ਹਰ ਦੁੱਖ ਨਿਵਰਤ ਕਰਨ ਦਾ ਯਤਨ ਕਰਾਂਗੇ। ਕਿਹੜੀ ਐਸੀ ਗੱਲ ਹੈ ਕਿ ਜਿਸ ਦਾ ਇਲਾਜ ਨਾ ਹੋਵੇ? ਦੱਸੋ, ਬਿਲਕੁਲ ਨਾ ਚੱਕੋ। ਭਗਤ ਜੀ ਨੂੰ ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਇਸ ਤਰ੍ਹਾਂ ਦੇ ਧੀਰਜ ਭਰੇ ਬਚਨ ਕਹੇ ਤਾਂ ਭਗਤ ਜੀ ਨੂੰ ਕੁਝ ਦਿਲਾਸਾ ਹੋਇਆ। ਗਮ ਨਾਲ ਆਈ ਹੋਈ ਮੱਥੇ ਤੋਂ ਤਰੇਲੀ ਪੁੰਜੀ, ਦੋਵੇਂ ਹੱਥ ਜੋੜ ਕੇ ਬੋਲੇ, ਜਾਣੀ ਜਾਣ ਜੀ, ਤੁਸੀਂ ਜਾਣੀ ਜਾਣ ਹੋ, ਮੈਂ ਕੀ ਕਵਾਂ? ਸੰਨਿਆਸੀ ਬਾਬਾ ਹਾਂ, ਤਿਆਗੀ ਹਾਂ। ਗੱਲ ਕਰਦਿਆਂ ਤਿਆਗ ਨੂੰ ਵੱਟਾ ਲੱਗਦਾ ਹੈ, ਪਰ ਜਿਉਂਦੇ ਜੀ ਦੁਨੀਆ ਤੇ ਜ਼ਿੰਦਗੀ ਦੀਆਂ ਲੋੜਾਂ ਤੇ ਢਿੱਡ ਨੂੰ ਝੁਲਕਾ ਦੇਣ ਲਈ ਭੋਜਨ ਦੀ ਥੁੜ ਮਾਇਆ ਤੋਂ ਬਿਨਾਂ ਪੂਰੀ ਨਹੀਂ ਹੁੰਦੀ। ਦਾਤਾਰ ਜੀ, ਮੇਰੇ ਪਾਸ ਇੱਕ ਪਾਰਸ ਦਾ ਵੱਟਾ ਸੀ, ਜਿਸ ਨੂੰ ਮੈਂ ਲੋਹੇ ਦੇ ਟੋਟੇ ਨਾਲ ਛੁਹਾ ਕੇ ਸੋਨਾ ਬਣਾ ਲੈਂਦਾ ਸਾਂ। ਉਹ ਸੋਨਾ ਵੇਚ ਕੇ ਆਪਣੇ 360 ਚੇਲਿਆਂ ਤੇ ਹੋਰ ਜਿਹੜੇ ਯਾਤਰੂ ਹੋਣ ਉਹਨਾਂ ਨੂੰ ਭੋਜਨ ਖਵਾਉਂਦਾ ਸੀ। ਮੇਰੇ ਭਗਵਾਨ ਜੀ, ਉਹ ਪਾਰਸ ਦਾ ਟੋਟਾ ਮੈਂ ਆਪ ਦੇ ਪਾਸ ਇੱਥੇ ਕਿਤੇ ਭੁੱਲ ਗਿਆ ਹਾਂ। ਉਹ ਕਿਰਪਾ ਕਰਕੇ ਬਖਸ਼ ਦਿਓ, ਧੰਨਵਾਦੀ ਹੋਵਾਂਗਾ। ਰਿੱਧੀਆਂ ਸਿੱਧੀਆਂ ਦੇ ਮਾਲਕ, ਮਿਹਰਾਂ ਦੇ ਭੰਡਾਰ, ਬੇਦੀ ਚੰਨ, ਉਦਾਸੀਨ ਭੇਖ ਦੇ ਸਰਤਾਜ ਬਾਬਾ ਸ਼੍ਰੀ ਚੰਦ ਜੀ ਮੁਸਕਰਾ ਕੇ ਬੋਲੇ, ਭਗਤ ਜੀ, ਬਸ ਇਹੋ ਹੀ ਗੱਲ ਸੀ। ਪੱਥਰ ਦੇ ਨਿੱਕੇ ਜਿਹੇ ਟੋਟੇ ਵਾਸਤੇ ਮਨ ਦੀ ਅਵਸਥਾ ਇਹੋ ਜਿਹੀ ਬਣਾ ਲਈ ਕਿ ਤੁਹਾਨੂੰ ਉਸ ਪ੍ਰਭੂ ਤੇ ਭਰੋਸਾ ਨਹੀਂ ਜਿਹੜਾ ਸਿਰਜਣਹਾਰ ਹੈ। ਕੀ ਉਹ ਰਿਜ਼ਕ ਦਾਤਾ ਨਹੀਂ? ਕੀ ਉਹ ਪੱਥਰ ਵਿੱਚ ਕੀੜੇ ਨੂੰ ਰਿਜ਼ਕ ਨਹੀਂ ਪਹੁੰਚਾਉਂਦਾ? ਕੀ ਉਹ ਜਿਹੜੇ ਉਸ ਨੂੰ ਦਿਨ ਰਾਤ ਸਿਮਰਦੇ ਹਨ ਉਹਨਾਂ ਭਗਤਾਂ ਨੂੰ ਭੁੱਖਿਆਂ ਮਾਰਦਾ ਹੈ? ਸੰਨਿਆਸੀ ਜੀ, ਸੰਨਿਆਸ ਧਾਰ ਕੇ ਵੀ ਕੀ ਤੁਸੀਂ ਇੰਨੀ ਵੀ ਆਪਣੇ ਮਨ ਨੂੰ ਸੰਥਾ ਨਹੀਂ ਦਿੱਤੀ? ਜਿਉਂ-ਜਿਉਂ ਬਾਬਾ ਜੀ ਬਚਨ ਕਰ ਰਹੇ ਸਨ, ਗਿਰੀ ਸੰਨਿਆਸੀ ਦਾ ਦਿਮਾਗ ਸੁੰਨ ਹੋ ਰਿਹਾ ਸੀ, ਦਿਲ ਡੋਲ ਰਿਹਾ ਸੀ ਤੇ ਬਿਰਤੀ ਪਾਰਸ ਦੇ ਟੋਟੇ ਦੀ ਤਲਾਸ਼ ਵਿੱਚ ਭਟਕ ਰਹੀ ਸੀ। ਮੂੰਹੋਂ ਗੱਲ ਕਰਨ ਲੱਗਿਆਂ ਜ਼ੁਬਾਨ ਨੂੰ ਵਲ ਪੈ ਰਹੇ ਸਨ। ਦੱਬੀ ਆਵਾਜ਼ ਵਿੱਚ ਫਿਰ ਬੇਨਤੀ ਕੀਤੀ, ਪਾਰਸ ਦਾ ਟੋਟਾ ਬਖਸ਼ੋ, ਪਾਓ ਝੋਲੀ ਵਿੱਚ ਖੈਰ। ਦੀਨ ਦਿਆਲ ਜੀ, ਤੁਹਾਡੇ ਭੰਡਾਰੇ ਭਰਪੂਰ ਹਨ, ਤੁਹਾਡੇ ਕੋਲ ਕਿਸ ਚੀਜ਼ ਦਾ ਘਾਟਾ ਹੈ? ਤੁਹਾਡੇ ਦਰ ਤੇ ਮੈਂ ਨਿਮਾਣੇ ਦੀ ਨਿੱਕੀ ਜਿਹੀ ਮੰਗ ਹੈ, ਉਹ ਕਿਰਪਾ ਕਰਕੇ ਪੂਰੀ ਕਰੋ। ਜਦ ਸੰਨਿਆਸੀ ਨੂੰ ਬਹੁਤ ਘਬਰਾਇਆ ਹੋਇਆ ਦੇਖਿਆ ਤਾਂ ਗੁਰੂ ਨਾਨਕ ਦੇਵ ਜੀ ਦੇ ਨੈਣਾਂ ਦੇ ਤਾਰੇ, ਦੁਖੀਆਂ ਦੇ ਸਹਾਰੇ, ਮਾਤਾ ਸੁਲੱਖਣੀ ਜੀ ਦੇ ਦੁਲਾਰੇ ਕਹਿਣ ਲੱਗੇ,
ਭਗਤ ਜੀ, ਇੱਕ ਪੱਥਰ ਜਿਹੇ ਦਾ ਟੋਟਾ ਇੱਥੇ ਧੂਣੇ ਕੋਲ ਪਿਆ ਜ਼ਰੂਰ ਸੀ, ਪਰ ਅਸਾਂ ਚੁੱਕ ਕੇ ਉਹ ਸਾਹਮਣੇ ਸਖਰ ਦਰਿਆ ਵਿੱਚ ਵਗਾ ਮਾਰਿਆ ਹੈ। ਬਾਬਾ ਜੀ ਦੇ ਮੂੰਹੋਂ ਨਿਕਲੇ ਇਹ ਬਚਨ ਸੰਨਿਆਸੀ ਦੇ ਮਨ ਤੇ ਗੋਲਾ ਬਣ ਕੇ ਵੱਜੇ। ਪਾਰਸ ਗਿਆ ਸੁਣ ਕੇ ਸੰਨਿਆਸੀ ਦੇ ਪ੍ਰਾਣ ਵੀ ਪਾਰਸ ਲੱਭਣ ਲਈ, ਵਜੂਦ ਚੋਂ ਨਿਕਲਣ ਲਈ ਤਿਆਰ ਹੋ ਰਹੇ ਸਨ। ਪਰ ਜਾਣ ਗਏ ਕਿ ਮਾਇਆ ਦੇ ਮੋਹ ਨੇ ਇਸ ਦੇ ਦਿਲ ਨੂੰ ਸਖਤ ਧੱਕਾ ਲਾਇਆ ਹੈ। ਹਜ਼ੂਰ ਸੰਨਿਆਸੀ ਨੂੰ ਕਹਿਣ ਲੱਗੇ, ਕਿਉਂ ਭਗਤ ਜੀ, ਬਹੁਤੀ ਹੀ ਉਸ ਪੱਥਰ ਦੀ ਲੋੜ ਜੇ? ਕੀ ਦਰਿਆ ਵਿੱਚੋਂ ਆਪਣਾ ਪੱਥਰ ਪਛਾਣ ਲਓਗੇ? ਜਿਵੇਂ ਮੁਰਦਾ ਜਿਸਮ ਵਿੱਚ ਮੁੜ ਜਾਨ ਆ ਜਾਂਦੀ ਹੈ। ਸੰਨਿਆਸੀ ਬਰੜਾ ਉੱਠਿਆ, ਇੱਕਦਮ ਕਾਹਲੀ ਬੇਨਤੀ ਕੀਤੀ, ਮਹਾਰਾਜ, ਉਹ ਤਾਂ ਮੇਰੀ ਜੀਵਨ ਪੂੰਜੀ ਹੈ, ਜਿੰਦ ਜਾਨ ਹੈ। ਮੈਂ ਉਸ ਦੇ ਆਸਰੇ ਹੀ ਮਾਤਾ ਹਿੰਗਲਾਜ ਦੇ ਦਰਸ਼ਨ ਕਰਦਾ ਹਾਂ, ਤੇ ਬਾਕੀ ਰਹੀ ਪਛਾਣ ਦੀ ਗੱਲ, ਉਹ ਤਾਂ ਮੈਂ ਝੱਟ ਪਛਾਣ ਲਵਾਂਗਾ। ਭਗਤ ਦੀ ਹਾਲਤ ਤੇ ਤਰਸ ਖਾ ਕੇ ਮਿਹਰਾਂ ਦੇ ਸਾਈਂ ਉੱਠੇ ਤੇ ਭਗਤ ਨੂੰ ਸਾਧੂਆਂ ਸਮੇਤ ਨਾਲ ਲੈ ਕੇ ਦਰਿਆ ਸਖਰ ਦੇ ਕਿਨਾਰੇ ਪੁੱਜ ਗਏ ਤੇ ਭਗਤ ਨੂੰ ਕਿਹਾ, ਭਗਤਾ, ਮਾਰ ਨਜ਼ਰ ਜਲ ਵੱਲ, ਤੇ ਜਿਹੜਾ ਤੇਰਾ ਪਾਰਸ ਹੈ ਉਹ ਪਛਾਣ ਕੇ ਚੁੱਕ ਲੈ। ਜਦੋਂ ਭਗਤ ਨੇ ਜਲ ਵੱਲ ਨਜ਼ਰ ਮਾਰੀ ਤਾਂ ਸੰਨਿਆਸੀ ਦੀ ਹੋਸ਼ ਗੁੰਮ ਹੋ ਗਈ। ਸਾਰਾ ਮਾਨ ਜਾਂਦਾ ਰਿਹਾ। ਉਸਨੇ ਦੇਖਿਆ ਕਿ ਲੱਖਾਂ ਹੀ ਪਾਰਸ ਦੇ ਵੱਟੇ ਪਾਣੀ ਦੀਆਂ ਲਹਿਰਾਂ ਤੇ ਤਰ ਰਹੇ ਸਨ। ਫਿਰ ਹੱਥ ਬੰਨ੍ਹ ਕੇ ਅਰਜ਼ਾਂ ਕਰਨ ਲੱਗਾ, ਬਖਸ਼ਣਹਾਰ ਜੀ, ਬਖਸ਼ਿਸ਼ ਕਰੋ, ਮੈਨੂੰ ਐਸੀ ਨਜ਼ਰ ਬਖਸ਼ੋ ਤਾਂ ਕਿ ਮੈਂ ਆਪਣਾ ਪਾਰਸ ਪਛਾਣ ਸਕਾਂ। ਬਾਬਾ ਸ਼੍ਰੀ ਚੰਦ ਜੀ ਉਸ ਤੇ ਦਿਆਲ ਹੋ ਗਏ। ਫਰਮਾਉਣ ਲੱਗੇ, ਜਾ ਭਗਤਾ, ਜਿਹੜਾ ਵੀ ਤੂੰ ਪਾਰਸ ਦਾ ਵੱਟਾ ਫੜ ਲਏਗਾ ਉਹ ਤੇਰਾ ਹੀ ਹੋਏਗਾ। ਭਗਤ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਜਦੋਂ ਕਿ ਉਸਨੇ ਇੱਕ ਵੱਟਾ ਚੁੱਕਿਆ ਤਾਂ ਉਹ ਉਸੇ ਦਾ ਹੀ ਨਿਕਲ ਆਇਆ। ਉਸਨੇ ਇਹ ਲੀਲਾ ਵੇਖ ਕੇ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਫੜ ਲਏ ਤੇ ਬੇਨਤੀ ਕੀਤੀ, ਹੁਣ ਆਗਿਆ ਬਖਸ਼ੋ। ਪਰ ਬਾਬਾ ਸ਼੍ਰੀ ਚੰਦ ਜੀ ਉਸ ਦੀ ਚੰਗੀ ਤਰ੍ਹਾਂ ਤਸੱਲੀ ਕਰਾਉਣ ਲਈ ਉਸ ਨੂੰ ਆਪਣੇ ਨਾਲ ਫਿਰ ਧੂਣੇ ਤੇ ਲੈ ਆਏ ਤੇ ਫਿਰ ਨਵੇਂ ਸਿਰਿਓਂ ਬਚਨ ਬਿਲਾਸ ਸ਼ੁਰੂ ਕੀਤੇ। ਗਿਰੀ ਸੰਨਿਆਸੀ ਜੀ, ਹੁਣ ਤੁਸੀਂ ਹਿੰਗਲਾ ਜੀ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਹੋ? ਸੰਨਿਆਸੀ ਨੇ ਕਿਹਾ, ਜੀ ਹਾਂ, ਹੁਣ ਆਗਿਆ ਬਖਸ਼ੋ, ਆਪਣੇ ਰਸਤੇ ਪਈਏ। ਫਿਰ ਮਿਹਰਾਂ ਦੇ ਸਾਗਰ ਮਿਹਰਾਂ 'ਚ ਉਛਲੇ। ਆਪਣੇ ਪਵਿੱਤਰ ਮੁਖਾਰਬਿੰਦ 'ਚੋਂ ਪ੍ਰੇਮ ਭਰੇ ਸ਼ਬਦ ਨਿਕਲੇ, ਭਗਤ ਜੀ, ਜੇ ਤੁਸੀਂ ਕਹੋ ਤਾਂ ਤੁਹਾਡਾ ਰਸਤਾ ਮੁਕਾ ਦਈਏ, ਮਾਤਾ ਹਿੰਗਲਾਜ ਦੇ ਇੱਥੇ ਹੀ ਦਰਸ਼ਨ ਕਰਾ ਦਈਏ। ਕੀ ਤੁਸੀਂ ਇਹ ਦਿਲੋਂ ਚਾਹੁੰਦੇ ਹੋ ਤਾਂ ਦੱਸੋ। ਇਸ ਤਰ੍ਹਾਂ ਦੇ ਅਚੰਭੇ ਭਰੇ ਬਚਨ ਸੁਣ ਕੇ ਭਗਤ ਗਿਰੀ ਜੀ ਕਹਿਣ ਲੱਗੇ, ਹੈਂ ਮਹਾਰਾਜ ਜੀ, ਇੱਥੇ ਹਿੰਗਲਾਜ ਜੀ ਦੇ ਕਿਵੇਂ ਦਰਸ਼ਨ ਹੋ ਸਕਦੇ ਹਨ? ਇਸ ਗੱਲ ਤੇ ਦਿਲ ਨੂੰ ਤਸੱਲੀ ਨਹੀਂ ਆਉਂਦੀ। ਪਰ ਮਹਾਰਾਜ ਜੀ, ਜੇ ਇੱਥੇ ਦਰਸ਼ਨ ਕਰਵਾ ਦਿਓ ਤਾਂ ਮੈਂ ਆਪ ਦੇ ਚਰਨਾਂ ਦਾ ਸੇਵਕ ਹੋ ਜਾਵਾਂਗਾ, ਆਪ ਦੇ ਦਰ ਦਾ ਭਿਖਾਰੀ ਬਣ ਜਾਵਾਂਗਾ। ਮੈਂ ਆਪਣਾ ਸੰਨਿਆਸੀ ਮਤ ਤਿਆਗ ਕੇ ਉਦਾਸੀ ਮਤ ਧਾਰਨ ਕਰ ਲਵਾਂਗਾ। ਪਰ ਮੇਰੇ ਭਗਵਾਨ ਜੀ, ਦਰਸ਼ਨ ਕਰਵਾਓ ਤਾਂ ਸਹੀ, ਹੁਣ ਦੇਰ ਕਿਉਂ ਲਾ ਰਹੇ ਹੋ? ਮਾਤਾ ਹਿੰਗਲਾਜ ਦੇ ਦਰਸ਼ਨਾਂ ਨੂੰ ਚਿੱਤ ਬਹੁਤ ਵਿਆਕੁਲ ਹੈ, ਮਿਹਰ ਕਰੋ, ਦਿਆਲੂ ਪਰਉਪਕਾਰੀਓ, ਹੋਰ ਨਾ ਤਰਸਾਓ। ਅੱਗੋਂ ਬਾਬਾ ਜੀ ਮੁਸਕਰਾ ਕੇ ਬੋਲੇ, ਭਗਤ ਜੀ, ਕੀ ਤੁਸੀਂ ਆਪਣੀ ਮਾਤਾ ਹਿੰਗਲਾਜ ਜੀ ਨੂੰ ਪਛਾਣ ਲਵੋਗੇ? ਭਗਤ ਜੀ ਅੱਗੋਂ ਬੇਬਲ ਹੋ ਕੇ ਬੋਲੇ, ਦਾਤਾ ਜੀ, ਕਿਉਂ ਨਹੀਂ ਪਛਾਣ ਸਕਦਾ? ਮਾਤਾ ਜੀ ਦੀ ਸੂਰਤ ਤਾਂ ਮੇਰੇ ਨੈਣਾਂ ਵਿੱਚ ਵਸਦੀ ਹੈ। ਮੈਂ ਉਸ ਨੂੰ ਆਪਣੇ ਦਿਲ ਦੇ ਤਖਤ ਤੇ ਬਿਠਾਈ ਬੈਠਾ ਹਾਂ, ਪਰ ਸਾਖਸ਼ਾਤ ਤਾਂ ਉਸ ਦੇ ਭਵਨਾਂ ਤੇ ਪੁੱਜ ਕੇ ਹੀ ਦਰਸ਼ਨ ਹੋ ਸਕਦੇ ਹਨ। ਬਾਬਾ ਜੀ ਭੁਲੇਖਿਆਂ 'ਚ ਪਏ ਭਗਤ ਜੀ ਨੂੰ ਵੇਖ ਕੇ ਮੁਸਕਰਾਉਂਦੇ ਵੀ ਸਨ ਤੇ ਉਹਦੇ ਮਾਤਾ ਦੇ ਸੱਚੇ ਪ੍ਰੇਮ ਤੇ ਖੁਸ਼ ਵੀ ਸਨ ਤੇ ਉਸ ਨੂੰ ਕਹਿਣ ਲੱਗੇ, ਦੱਸੋ ਭਗਤ ਜੀ, ਕੀ ਮਰਜ਼ੀ ਜੇ? ਤੁਹਾਡੀ ਮਰਜ਼ੀ ਨਾਲ ਹੀ ਤਾਂ ਸਾਡੀ ਮਰਜ਼ੀ ਹੈ। ਜੇ ਕਹੋ ਤਾਂ ਮਾਤਾ ਪ੍ਰਤੱਖ ਹੋ ਜਾਵੇ। ਭਗਤ ਗਿਰੀਰਾਜ ਦੀ ਹਾਲਤ ਸੱਚਮੁੱਚ ਹੀ ਬਹੁਤ ਤਰਸਯੋਗ ਬਣੀ ਵੇਖ ਕੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਧੂਣੇ ਤੇ ਸੇਵਾ ਕਰਦੀ ਹੋਈ ਇੱਕ ਬਿਰਧ ਮਾਤਾ ਨੂੰ ਕਿਹਾ, ਆਪਣੇ ਭਗਤ ਨੂੰ ਦੀਦਾਰ ਦਿਓ। ਇੰਨਾ ਕਹਿਣ ਦੀ ਦੇਰ ਹੀ ਸੀ ਕਿ ਉਹ ਹਿੰਗਲਾਜ ਦਾ ਰੂਪ ਅਸ਼ਟਭੁਜੀ ਮਾਤਾ ਬਣ ਗਈ। ਭਗਤ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਰੱਜ ਕੇ ਮਾਤਾ ਦੇ ਦੀਦਾਰ ਕਰਕੇ ਅੱਖਾਂ ਤ੍ਰਿਪਤ ਕੀਤੀਆਂ ਤੇ ਫਿਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ। ਨੱਕ ਰਗੜ ਕੇ ਬੇਨਤੀ ਕੀਤੀ
ਕਿਰਪਾ ਨਿਧਾਨ ਜੀ ਬਖਸ਼ ਲਵੋ, ਮੇਰੇ ਕੋਲੋਂ ਭਾਰੀ ਅਵੱਗਿਆ ਹੋ ਗਈ ਹੈ। ਮੈਂ ਭੁਲੇਖੇ ਵਿੱਚ ਹੀ ਰਿਹਾ ਹਾਂ। ਮੈਨੂੰ ਨਹੀਂ ਸੀ ਪਤਾ ਕਿ ਹਿੰਗਲਾਜ ਮਾਤਾ ਜੀ ਆਪ ਦੇ ਦੁਆਰੇ ਤੇ ਹੀ ਵਸਦੀ ਹੈ। ਆਪ ਰਿੱਧੀਆਂ ਸਿੱਧੀਆਂ ਦੇ ਭੰਡਾਰ ਹੋ। ਦਾਤਾ ਜੀ ਇਸ ਗਿਰੀ ਸੰਨਿਆਸੀ ਨੂੰ ਆਪਣਾ ਚੇਲਾ ਬਣਾ ਲਓ। ਬਾਬਾ ਸ਼੍ਰੀ ਚੰਦ ਜੀ ਭਗਤ ਦਾ ਪ੍ਰੇਮ ਵੇਖ ਕੇ ਬੜੇ ਪ੍ਰਸੰਨ ਹੋਏ ਤੇ ਦਇਆ ਵਿੱਚ ਆ ਗਏ। ਉਸ ਨੂੰ ਬਾਬਾ ਜੀ ਨੇ ਆਪਣਾ ਚੇਲਾ ਬਣਾ ਲਿਆ ਤੇ ਉਸ ਨੂੰ ਭਗਤ ਭਗਵਾਨ ਦੀ ਮਹਾਨ ਪਦਵੀ ਬਖਸ਼ੀ ਤੇ ਧਰਮ ਪ੍ਰਚਾਰ ਲਈ ਹੁਕਮ ਦੇ ਕੇ ਥਾਪਣਾ ਦਿੱਤੀ। ਬਾਬਾ ਭਗਤ ਭਗਵਾਨ ਜੀ ਨੇ ਉਦਾਸੀ ਮਤ ਗ੍ਰਹਿਣ ਕਰਕੇ 360 ਗੱਦੀਆਂ ਪੂਰਬ ਵਿੱਚ ਕਾਇਮ ਕੀਤੀਆਂ ਸਨ। ਸਾਧ ਸੰਗਤ ਜੀ ਇਸੇ ਪ੍ਰਕਾਰ ਸਾਰੀਆਂ ਰਿੱਧੀਆਂ ਸਿੱਧੀਆਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ ਮੌਜੂਦ ਹਨ। ਜਿਹੜੇ ਦਰਸ਼ਨ ਅਭਿਲਾਖੀ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਕੇ ਆਉਂਦੇ ਹਨ, ਉਹਨਾਂ ਨੂੰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਰਿੱਧੀਆਂ ਸਿੱਧੀਆਂ ਦੇ ਨਾਲ ਜੇ ਕੋਈ ਮੁਕਤੀ ਦਾ ਦਾਨ ਮੰਗੇ ਤਾਂ ਉਸ ਨੂੰ ਮੁਕਤੀ ਦੀ ਪ੍ਰਾਪਤੀ ਵੀ ਮਹਾਰਾਜ ਜੀ ਪ੍ਰਦਾਨ ਕਰਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।